ਅੱਜ ਤੋਂ ਓਨਟਾਰੀਓ ਭਰ ਵਿੱਚ ਕੋਵਿਡ-19 ਵੈਕਸੀਨ ਲਗਵਾਉਣ ਦੇ ਲਈ ਉਮਰ ਦੀ ਹੱਦ ਘਟਾ ਕੇ 50 ਸਾਲ ਅਤੇ ਇਸ ਤੋਂ ਵੱਧ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਸੈਂਸ਼ੀਅਲ ਵਰਕਰਸ, ਸਿਹਤ ਨਾਲ ਸੰਬੰਧਿਤ ਹਾਈ ਰਿਸਕ ਲੋਕਾਂ, ਫਰਸਟ ਨੇਸ਼ਨ, ਇਨੂਇਟ ਅਤੇ ਮੈਟਿਸ ਲੋਕ ਜਿਹੜੇ ਇਮੂਨਾਈਜੇਸ਼ਨ ਦੀ ਪਹਿਲੀ ਡਰਾਈਵ ਵਿੱਚ ਸ਼ਾਮਲ ਨਹੀਂ ਸਨ ਵੀ ਹੁਣ ਯੋਗ ਹੋ ਗਏ ਨੇ। ਇਹਨਾਂ ਗਰੁੱਪਸ ਆਫ ਵਰਕਰਸ ਵਿੱਚ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਵਰਕਰਸ, ਚਿਲਡਰਨ ਕੇਅਰ ਵਰਕਰਸ, ਫੂਡ ਐਂਡ ਮੈਨੂਫੈਕਚਰਿੰਗ ਵਰਕਰ, ਖੇਤੀਬਾੜੀ ਅਤੇ ਫਾਰਮ ਵਰਕਰਸ ਸ਼ਾਮਲ ਹਨ। ਪ੍ਰੋਵਿੰਸ ਦੇ ਆਨਲਾਈਨ ਬੁਕਿੰਗ ਸਿਸਟਮ ਦੀ ਵਰਤੋਂ ਕਰਕੇ ਜਾਂ ਸਵੇਰ 8 ਵਜੇ ਸ਼ੁਰੂ ਹੋਣ ਵਾਲੇ ਕਾਲ ਸੈਂਟਰ ਰਾਹੀਂ ਯੋਗ ਰੈਜ਼ੀਡੈਂਟਸ ਮਾਸ ਵੈਕਸੀਨੇਸ਼ਨ ਕਲੀਨਿਕ ਵਿਖੇ ਆਪਣੀਆਂ ਅਪਾਇੰਟਮੈਂਟਸ ਬੁੱਕ ਕਰਵਾ ਸਕਦੇ ਨੇ। ਆਪਣੇ ਬੁਕਿੰਗ ਸਿਸਟਮ ਦੀ ਵਰਤੋਂ ਕਰਨ ਵਾਲੀਆਂ ਪਬਲਿਕ ਹੈਲਥ ਯੂਨਿਟਸ ਰਾਹੀਂ ਵੀ ਲੋਕ ਇਹ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ। ਜੋ ਸਪਲਾਈ ਜਾਰੀ ਰਹਿੰਦੀ ਹੈ ਤਾਂ ਪ੍ਰੋਵਿੰਸ ਦੇ ਵੱਲੋਂ 24 ਮਈ ਵਾਲੇ ਹਫ਼ਤੇ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਵੈਕਸੀਨੇਟ ਕੀਤਾ ਜਾਵੇਗਾ। ਸਿਹਤ ਮੰਤਰੀ ਕ੍ਰਿਸਟੀਨ ਐਲੀਟ ਨੇ ਆਖਿਆ ਕਿ ਸੋਧੇ ਹੋਏ ਵੈਕਸੀਨ ਟਾਰਗੇਟ ਤੋਂ ਭਾਵ ਹੈ ਕਿ 7.9 ਮਿਲੀਅਨ ਲੋਕਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਵੈਕਸੀਨ ਦੀ ਪਹਿਲੀ ਡੋਜ਼ ਮਿਲ ਜਾਵੇਗੀ। ਪੀਲ ਰੀਜਨ ਵਿੱਚ ਵੀਰਵਾਰ ਸਵੇਰ ਤੱਕ ਸਾਰੇ ਬਾਲਗ ਸ਼ਾਟ ਲਈ ਯੋਗ ਹੋ ਗਏ ਸਨ। Tomorrow, we will further expand eligibility to book an appointment, including to individuals aged 50 and over across the province, individuals with high-risk health conditions, and Group 1 of workers who cannot work from home, such as food manufacturing and distribution, agriculture and farm workers, elementary and secondary school workers, police, firefighters, and emergency medical service workers. As we receive more vaccines, we will continue to make it easier than ever to get vaccinated in our hardest hit communities. Starting later this week, up to 60 pharmacies will begin to offer the Moderna vaccine in Durham, Hamilton, Ottawa, Windsor-Essex, and York Region's hotspot areas to individuals aged 18 and over. Further expansion of vaccines in pharmacies will continue throughout the month. Thanks to the many Ontarians who continue to sign up to receive the vaccine as soon as it's their turn. We expect to administer first doses to 65% of Ontarians aged 18 and over by the end of May, nearly 7.9 million Ontarians. The light at the end of the tunnel grows brighter with every vaccine administered, and together we can stop the spread of COVID-19. In the meantime, until most people are fully vaccinated, please continue to follow the public health measures that we know work. ਦੂਜੇ ਪਾਸੇ ਮਿਸੀਸਾਗਾ ਦੇ ਸਥਿਤ ਕੈਨੇਡਾ ਪੋਸਟ ਦੀ ਗੇਟਵੇ ਫੈਸਿਲਿਟੀ ਵਿਖੇ ਰਿਟਾਇਰਮੈਂਟ ਪਾਰਟੀ ਦੀ ਗੱਲ ਸੁਣਨ ਤੋਂ ਬਾਅਦ ਸ਼ਹਿਰ ਦੀ ਮੇਅਰ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਉਹਨਾਂ ਆਖਿਆ ਕਿ ਇਹ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਹਰਕਤ ਹੈ। ਉਹਨਾਂ ਇਹ ਵੀ ਆਖਿਆ ਕਿ ਅਸੀਂ ਇਸ ਦੀ ਜਾਂਚ ਕਰਨ ਤੋਂ ਬਾਅਦ ਇਸ ਖਿਲਾਫ ਸਖਤ ਕਾਰਵਾਈ ਕਰਾਂਗੇ। ਗੇਟਵੇ ਪਲਾਂਟ ਵਿੱਚ ਪਹਿਲਾਂ ਹੀ ਕੋਵਿਡ-19 ਆਊਟਬ੍ਰੇਕਸ ਹੋ ਚੁੱਕੀਆਂ ਨੇ। ਇਸੇ ਕਾਰਨ ਇਸ ਪਲਾਂਟ ਨੂੰ ਅੰਸ਼ਕ ਤੌਰ ਤੇ ਬੰਦ ਰੱਖਿਆ ਜਾ ਰਿਹਾ ਹੈ। ਅਜੇ ਪਿਛਲੇ ਹਫ਼ਤੇ ਹੀ ਪੀਲ ਪਬਲਿਕ ਹੈਲਥ ਵੱਲੋਂ ਇੱਥੇ ਇੱਕ ਸ਼ਿਫਟ ਬੰਦ ਕਰ ਦਿੱਤੀ ਗਈ ਸੀ ਅਤੇ 80 ਵਰਕਰਸ ਨੂੰ 10 ਦਿਨਾਂ ਲਈ ਸੈਲਫ ਆਈਸੋਲੇਸ਼ਨ ਹੋਮ ਵਿੱਚ ਭੇਜਿਆ ਗਿਆ ਸੀ। ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਅਸੀਂ ਰਿਟਾਇਰ ਹੋ ਰਹੇ ਮੁਲਾਜ਼ਮਾਂ ਦੇ ਲਈ ਅਪ੍ਰੈਲ ਦੇ ਸ਼ੁਰੂ ਵਿੱਚ ਕੀਤੇ ਗਏ ਇਕੱਠ ਤੋਂ ਜਾਣੂ ਹਾਂ। ਕੈਨੇਡਾ ਪੋਸਟ ਦੇ ਬੁਲਾਰੇ ਨੇ ਇੱਕ ਈਮੇਲ ਵਿੱਚ ਆਖਿਆ ਕਿ ਕੈਨੇਡਾ ਪੋਸਟ ਅਤੇ ਉਸਦੇ ਮੁਲਾਜ਼ਮਾਂ ਦੇ ਵੱਲੋਂ ਪਬਲਿਕ ਹੈਲਥ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਕਾਫੀ ਮਿਹਨਤ ਦੇ ਨਾਲ ਕੰਮ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਮਹਾਮਾਰੀ ਦੌਰਾਨ ਸੇਫ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਕਿਸੇ ਵੀ ਕਾਰਨ ਕਰਕੇ ਫੈਸਿਲਿਟੀ ਵਿੱਚ ਕਿਸੇ ਕਿਸਮ ਦੇ ਇਕੱਠ ਦੀ ਇਜਾਜ਼ਤ ਨਹੀਂ ਦਿੰਦੇ। ਇਸ ਤਰ੍ਹਾਂ ਦੀ ਪਾਰਟੀ ਕਰਨ ਵਿੱਚ ਸ਼ਾਮਿਲ ਮੁਲਾਜ਼ਮਾਂ ਨਾਲ ਅਸੀਂ ਸਿੱਧੇ ਤੌਰ ਉੱਤੇ ਗੱਲ ਕੀਤੀ ਹੈ ਅਤੇ ਸਾਰੇ ਮੁਲਾਜ਼ਮਾਂ ਨੂੰ ਸੇਫਟੀ ਸੰਬੰਧੀ ਨਿਯਮਾਂ ਦੀ ਅਹਿਮੀਅਤ ਤੋਂ ਮੁੜ ਜਾਣੂ ਕਰਵਾਇਆ ਗਿਆ ਹੈ। ਫਾਈਜ਼ਰ ਬਾਇਓਟੈਕ ਵੈਕਸੀਨ ਦੀ ਕੈਨੇਡਾ ਨੂੰ ਹੋਣ ਵਾਲੀ ਡਿਲੀਵਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕ ਤਾਜ਼ਾ ਅਧਿਐਨ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਵੈਕਸੀਨ 2 ਵੇਰੀਐਂਟਸ ਆਫ ਕੰਸਰਨ ਖਿਲਾਫ ਕਾਫੀ ਪ੍ਰੋਟੈਕਸ਼ਨ ਮੁਹੱਈਆ ਕਰਵਾਉਂਦੀ ਹੈ, ਪਰ ਇੱਕ ਡੋਜ਼ ਇਹਨਾਂ ਇਮਿਊਟੇਸ਼ਨਸ ਤੋਂ ਕੋਈ ਬਹੁਤਾ ਬਚਾਅ ਨਹੀਂ ਕਰਦੀ। ਕਤਰ ਤੋਂ ਹਾਸਿਲ ਹੋਏ ਨਵੇਂ ਡੇਟਾ ਦੇ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿੱਚ ਛਪੇ ਅਧਿਐਨ ਦੇ ਅਨੁਸਾਰ ਫਾਈਜ਼ਰ ਬਾਇਓਟੈਕ ਵੈਕਸੀਨ ਦੇ 2 ਸ਼ਾਟ ਯੂਕੇ ਵਿੱਚ ਸਭ ਤੋਂ ਪਹਿਲਾਂ ਪਾਏ ਗਏ B1.1.7 ਵੇਰੀਐਂਟ ਕਾਰਨ ਹੋਣ ਵਾਲੀ ਇਨਫੈਕਸ਼ਨ ਨੂੰ ਰੋਕਣ ਲਈ 90% ਕਾਰਗਰ ਹੈ। B1.1.7 ਵੇਰੀਐਂਟ ਓਨਟਾਰੀਓ ਵਿੱਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਸਟ੍ਰੇਨ ਹੈ। ਬੁੱਧਵਾਰ ਤੱਕ ਹੀ ਇਸ ਦੇ 83,000 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਇਸ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਸਾਊਥ ਅਫਰੀਕਾ ਵਿੱਚ ਸਭ ਤੋਂ ਪਹਿਲਾਂ ਪਾਏ ਗਏ B1.351 ਵੇਰੀਐਂਟ ਖਿਲਾਫ ਇਹ ਵੈਕਸੀਨ 75% ਅਸਰ ਕਰਦੀ ਹੈ। ਇਹ ਸਟ੍ਰੇਨ ਦੇ ਪ੍ਰੋਵਿੰਸ ਵਿੱਚ 326 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਅਧਿਐਨ ਤੋਂ ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਇਸ ਵੈਕਸੀਨ ਦੀ ਪਹਿਲੀ ਡੋਜ਼ ਤੋਂ ਬਾਅਦ ਲੋਕਾਂ ਨੂੰ ਮਿਲਣ ਵਾਲੀ ਹਿਫਾਜ਼ਤ ਦਾ ਪੱਧਰ ਕਿੰਨਾ ਹੈ ਤੇ ਜ਼ੇਕ ਡੋਜ਼ B1.1.7 ਵੇਰੀਐਂਟ ਖਿਲਾਫ 30% ਸੁਰੱਖਿਆ ਦਿੰਦੀ ਹੈ, ਜਦਕਿ ਸਾਊਥ ਅਫਰੀਕਨ ਸਟ੍ਰੇਟ ਦੇ ਖਿਲਾਫ
17% ਸੁਰੱਖਿਆ ਮੁਹੱਈਆ ਕਰਵਾਉਂਦੀ ਹੈ। ਓਨਟਾਰੀਓ ਸਰਕਾਰ ਇਹ ਸੰਕੇਤ ਵੀ ਦੇ ਚੁੱਕੀ ਹੈ ਜੇ ਇਸ ਤਰ੍ਹਾਂ ਦੀ ਵੈਕਸੀਨ ਦੀ ਸਪਲਾਈ ਜਾਰੀ ਰਹੀ ਤਾਂ ਵੈਕਸੀਨ ਦੀਆਂ 2 ਡੋਜ਼ਸ ਵਿਚਲਾ ਫਰਕ ਘਟਾਉਣ ਬਾਰੇ ਸੋਚ ਸਕਦੇ ਨੇ। ਓਨਟਾਰੀਓ ਨੂੰ ਜੂਨ ਵਿੱਚ ਫਾਈਜ਼ਰ ਦੇ 250,000 ਸ਼ਾਟਸ ਹਾਸਿਲ ਹੋਣ ਦੀ ਉਮੀਦ ਹੈ। ਹਾਲਾਂਕਿ ਤਾਜ਼ਾ ਸਟੱਡੀ ਵਿੱਚ ਇਹ ਵੀ ਪਾਇਆ ਗਿਆ ਕਿ ਫਾਈਜ਼ਰ ਵੈਕਸੀਨ ਵੇਰੀਐਂਟ ਦੇ ਖਿਲਾਫ ਘੱਟ ਸੁਰੱਖਿਆ ਦਿੰਦੀ ਹੈ, ਪਰ ਕੋਵਿਡ-19 ਦੇ ਗੰਭੀਰ ਜਾਂ ਘਾਤਕ ਮਾਮਲਿਆਂ ਵਿੱਚ ਇਹ ਵੀ ਕਾਫੀ ਕਾਰਗਰ ਹੈ। ਤੇ ਭਾਰਤ ਵਿੱਚ ਜਾਰੀ ਕੋਵਿਡ-19 ਦੇ ਮੁਸ਼ਕਿਲ ਹਾਲਾਤਾਂ ਵਿੱਚ ਕੁਝ ਰਾਹਤ ਪ੍ਰਦਾਨ ਕਰਨ ਲਈ ਕੈਨੇਡਾ ਵੱਲੋਂ ਮਦਦ ਭੇਜੀ ਜਾ ਰਹੀ ਹੈ। ਗਲੋਬਲ ਅਫੇਅਰਸ ਕੈਨੇਡਾ ਦਾ ਕਹਿਣਾ ਹੈ ਕਿ ਇੱਕ ਸ਼ਿਪਮੈਂਟ ਭੇਜੀ ਜਾ ਰਹੀ ਹੈ ਜਿਸ ਵਿੱਚ ਐਂਟੀਵਾਇਰਲ ਡਰੱਗ ਰੈਮਡੈਸੀਵਿਰ ਦੀਆਂ 25,000 ਸ਼ੀਸ਼ੀਆਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਐਮਰਜੈਂਸੀ ਸਟਾਕ ਪਾਈਲ ਦੇ ਲਈ 350 ਵੈਂਟੀਲੇਟਰ ਵੀ ਭੇਜੇ ਜਾਣੇ ਨੇ। ਕੈਨੇਡੀਅਨ ਮਿਲਟਰੀ ਵੱਲੋਂ ਇਹਨਾਂ ਸਪਲਾਈਜ਼ ਨੂੰ 에ਅਰਲਿਫਟ ਕਰ ਭਾਰਤ ਪਹੁੰਚਾਇਆ ਜਾਵੇਗਾ। ਤਾਂ ਦੱਸ ਦਈਏ ਕਿ ਬੀਤੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਵਿਡ-19 ਦੇ 3,82,000 ਤੋਂ ਵਧੇਰੇ ਮਾਮਲੇ ਅਤੇ 3,780 ਤੋਂ ਵੱਧ ਮੌਤਾਂ ਰਿਪੋਰਟ ਹੋਈਆਂ ਨੇ ਤੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ। ਇਸ ਵਿਚਕਾਰ ਹਰ ਦੇਸ਼, ਹਰ ਮੁਲਕ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਨੂੰ ਮਦਦ ਪਹੁੰਚਦੀ ਕੀਤੀ ਜਾਵੇ। ਅਮਰੀਕਾ ਦਾ ਰੁਖ ਕਰੀਏ ਤਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਖਿਆ ਕਿ ਉਮੀਦ ਹੈ ਕਿ ਜੂਨ ਵਿੱਚ ਯੂਰਪ ਦੇ ਦੌਰੇ ਦੇ ਦੌਰਾਨ ਮੇਰੀ ਮੁਲਾਕਾਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਹੋ ਸਕਦੀ ਹੈ। ਉੱਥੇ ਹੀ ਬੀਤੇ ਕੁਝ ਮਹੀਨਿਆਂ ਤੋਂ ਅਮਰੀਕਾ ਤੇ ਰੂਸ ਵਿਚਾਲੇ ਦੋਪੱਖੀ ਰਿਸ਼ਤੇ ਕਾਫੀ ਖਰਾਬ ਚੱਲ ਰਹੇ ਹਨ। ਬਾਈਡਨ ਨੇ ਆਖਿਆ, ਮੈਨੂੰ ਉਮੀਦ ਅਤੇ ਉਡੀਕ ਹੈ, ਅਸੀਂ ਇਸ ਤੇ ਕੰਮ ਕਰ ਰਹੇ ਹਾਂ। ਉਹਨਾਂ ਇਹ ਗੱਲਾਂ ਯੂਰਪੀਅਨ ਦੌਰੇ ਦੇ ਦੌਰਾਨ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮਿਲਣ ਦੀ ਯੋਜਨਾ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਹੀਆਂ। ਤਾਂ ਦੱਸ ਦਈਏ ਕਿ ਰਾਸ਼ਟਰਪਤੀ ਜੋ ਬਾਈਡਨ ਜੂਨ ਮਹੀਨੇ ਯੂਰਪੀਅਨ ਮੁਲਕਾਂ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਉਹ ਯੂਰਪ ਵਿੱਚ ਹੋ ਰਹੇ G20 ਸੰਮੇਲਨ ਵਿੱਚ ਵੀ ਸ਼ਿਰਕਤ ਕਰਨਗੇ। ਇਸ ਸੰਮੇਲਨ ਵਿੱਚ ਜਿੱਥੇ 20 ਮੁਲਕਾਂ ਦੇ ਰਾਸ਼ਟਰ ਪ੍ਰਮੁੱਖ ਸ਼ਾਮਿਲ ਹੋਣਗੇ। ਸੰਮੇਲਨ ਵਿੱਚ ਕਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਚਰਚਾ ਤਾਂ ਕੀਤੀ ਜਾਵੇਗੀ ਹੀ, ਨਾਲ ਹੀ ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਕਾਨਫਰੰਸ ਦੇ ਦੌਰਾਨ ਬਾਈਡਨ ਨੇ ਅਮਰੀਕਨ ਟੀਕਾਕਰਨ ਬਾਰੇ ਵੀ ਜਾਣਕਾਰੀ ਦਿੱਤੀ। That is my hope and expectation. We're working on it. Well, as everyone knows, I promised that we'd administer 100 million shots in my first 100 days. After we met that goal, we doubled it to a historic 200 million shots. By the time we reached the 100 days last week, we had shattered that mark with over 220 million shots in arms. And as we stand here today, almost 150 million Americans have gotten at least one shot. Over 105 million Americans are fully vaccinated. And among our most vulnerable populations, seniors, we're nearing 85% of those who've gotten their first shot. 70% of the seniors are now fully vaccinated. Again, in the next 2 months, our focus is going to be on 3 groups. Kids between 12 and 15 who are awaiting potential FDA authorization to get a shot. 2, adults who have had trouble locating a place to get a shot or who just haven't gotten around to it. And 3, those who need more convincing, being convinced of the necessity of getting the vaccine. As we turn to this new phase, we're also setting a new goal. 2 months from today, families across the country are going to celebrate the 4th of July. Our goal by July 4th is to have 70% of adult Americans with at least one shot and 160 million Americans fully vaccinated. That means giving close to 100 million shots, some first shots, others second shots, over the next 60 days. ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਭਰੋਸੇਯੋਗ ਢੰਗ ਨਾਲ ਰਿਪਬਲਿਕਨ ਲੁਈਜ਼ੀਆਨਾ ਵਿੱਚ ਖੜੇ ਹੋਏ GOP ਦੇ ਸੰਸਦ ਮੈਂਬਰਾਂ ਨੂੰ ਉਸਦੀ $2.3 ਟ੍ਰਿਲੀਅਨ ਦੀ ਬੁਨਿਆਦੀ ਢਾਂਚੇ ਦੀ ਯੋਜਨਾ ਦਾ ਸਮਰਥਨ ਕਰਨ ਲਈ ਦਬਾਅ ਪਾਉਣ ਲਈ ਕਿਹਾ, ਜਿਸ ਨੂੰ ਉਹਨਾਂ ਨੇ ਅਮਰੀਕਾ ਦੇ ਪੁਨਰ ਨਿਰਮਾਣ ਲਈ ਬਲੂ ਕਾਲਰ ਦਾ ਬਲੂਪ੍ਰਿੰਟ ਕਿਹਾ, ਜੋ ਇੱਕ ਬਿਰਧ ਪੁਲ ਦੇ ਕੋਲ ਖੜ ਪ੍ਰੈਸ ਕਾਨਫਰੰਸ ਕਰ ਰਹੇ ਸਨ। ਉਹਨਾਂ ਕਿਹਾ ਕਿ ਅਸੀਂ ਕਰੀਬ ਅੱਧੀ ਸਦੀ ਇਨਫਰਾਸਟ੍ਰਕਚਰ ਨੂੰ ਲੈ ਕੇ ਫੇਲ ਰਹੇ ਹਾਂ। ਇਨਫਰਾਸਟ੍ਰਕਚਰ ਹੋਰ ਵੀ ਮਾੜਾ ਹੋ ਗਿਆ, ਸੜਕਾਂ ਤੇ ਪੁਲਾਂ ਦੀ ਮੁਰੰਮਤ ਕਰਨਾ ਬਹੁਤ ਲਾਜ਼ਮੀ ਹੋ ਗਿਆ। ਉਹਨਾਂ ਆਖਿਆ ਕਿ ਮੈਂ ਰਿਪਬਲਿਕਨ ਸਾਥੀਆਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ, ਪਰ ਮੈਂ ਇਸ ਗੱਲ ਲਈ ਤਿਆਰ ਨਹੀਂ ਕਿ ਕੁਝ ਕੀਤਾ ਹੀ ਨਾ ਜਾਵੇ। ਇਨਫਰਾਸਟ੍ਰਕਚਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। The truth is, across the country, we have failed. We have failed to properly invest in infrastructure for half a century. The last 4 years, how many times you say this is going to be infrastructure week? Well, I got so tired hearing infrastructure week. Nothing happened. Nothing has happened. And across America, there are more than 45,000 bridges that are structurally deficient. Structurally deficient. Every day, Americans cross these bridges
178 million times. And they are structurally deficient. We can put America to work in every state, fixing roads and bridges that are in desperate need of repair. American Jobs Plan is a blue-collar blueprint to rebuild America, a blue-collar blueprint to rebuild America, to supercharge our economy so we can move goods, get to work, become more competitive around the world. And I guarantee you one thing, and I've set it in place, every single thing, from the deck of an aircraft carrier to a railing in a new building, is going to be built by an American company, American workers, American supply chain, so that we invest American tax dollars in American workers. And that's what we're going to do. I promise you. I'm willing to hear ideas from both sides. I'm meeting with my Republican friends up in the Congress to see, number one, how much they're willing to go for, what they think are the priorities, and what compromises need made. I'm ready to compromise. What I'm not ready to do, I'm not ready to do nothing. I'm not ready to have another period where America has another infrastructure month and doesn't change a damn thing.